ਵਿਦੇਸ਼ੀ ਮੁਲਕਾਂ ਦੇ ਵਿੱਚ ਸਿੱਖਾਂ ਨੇ ਸਿਆਸਤ ਦੇ ਵਿੱਚ ਆਪਣੀ ਚੰਗੀ ਪਕੜ ਬਣਾਈ ਹੈ। ਭਾਵੇਂ ਕੈਨੇਡਾ, ਅਮਰੀਕਾ, ਯੂਕੇ, ਯੂਰਪ ਹੀ ਕਿਉਂ ਨਾ ਹੋਏ, ਸਿਆਸਤ ਦੇ ਵਿੱਚ ਸਿੱਖ ਚੰਗੇ ਮੁਕਾਮ ਹਾਸਲ ਕਰ ਚੁੱਕੇ ਨੇ। ਲੰਡਨ ਦੇ ਵਿੱਚ ਲੰਡਨ ਬੋਰੋ ਆਫ ਰੈਡਬ੍ਰਿਜ ਦੇ ਇੱਕ ਕਾਉਂਸਲਰ ਨੇ, ਕਾਉਂਸਲਰ ਜਸ ਅਟਵਾਲ, ਬੀਤੇ ਦਿਨ ਉਹਨਾਂ ਦੀ ਇੱਕ ਚਿੱਠੀ ਸਾਹਮਣੇ ਆਈ, ਜਿਸ ਚਿੱਠੀ ਦੇ ਵਿੱਚ ਉਹਨਾਂ ਨੇ ਆਪਣੇ ਕੁਝ ਐਤਰਾਜ਼ ਜ਼ਾਹਿਰ ਕੀਤੇ ਸੀ। ਉਹਨਾਂ ਨੇ ਸਿੱਖ ਕੌਮ ਦੀ ਕਈ ਚੀਜ਼ਾਂ ਦੇ ਵੱਲ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ। ਬਹਿਰਹਾਲ ਇਸ ਚਿੱਠੀ ਤੋਂ ਬਾਅਦ ਸਿੱਖ ਕੌਮ ਦੇ ਵਿੱਚ ਇੱਕ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ। ਸਿੱਖ ਜੋ ਯੂਕੇ ਦੇ ਵਿੱਚ ਵਸਦੇ ਨੇ, ਉਹਨਾਂ ਲਈ ਰਾਹਤ ਦੀ ਇੱਕ ਖਬਰ ਹੈ। ਅਜਿਹਾ ਕੀ ਹੋਇਆ, ਇੱਕ ਚਿੱਠੀ ਦੇ ਵਿੱਚ ਐਤਰਾਜ਼ ਜ਼ਾਹਿਰ ਕੀਤੇ ਗਏ ਤੇ ਸਿੱਖ ਰਾਹਤ ਮਹਿਸੂਸ ਕਰ ਰਹੇ ਨੇ। ਇਸ ਬਾਰੇ ਹੀ ਤੁਹਾਨੂੰ ਦੱਸਾਂਗੇ। ਅਕਾਲ ਚੈਨਲ ਦੇ ਉੱਤੇ ਜੁੜੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਅਮਨਪ੍ਰੀਤ ਸਿੰਘ ਸਵਾਗਤ ਕਰਦਾ ਜੀ। ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਇੱਕ ਅਜਿਹੇ ਸਮਾਗਮ ਬਾਰੇ। ਇਹ ਅਜਿਹਾ ਪੋਸਟਰ ਹੋ ਸਕਦਾ ਹੈ ਤੁਹਾਡੇ ਤੱਕ ਵੀ ਪਹੁੰਚਿਆ ਹੋਵੇਗਾ। ਇਸ ਪੋਸਟਰ ਦੇ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ ਨੈਸ਼ਨਲ ਸਿੱਖ ਕੰਸਲਟੇਸ਼ਨ ਦੀ। ਨੈਸ਼ਨਲ ਸਿੱਖ ਕੰਸਲਟੇਸ਼ਨ ਅਜਿਹੇ ਨਾਮ ਹੇਠ ਇੱਕ ਸਮਾਗਮ ਰੱਖਿਆ ਜਾ ਰਿਹਾ ਸੀ। ਇਸ ਸਮਾਗਮ ਦੇ ਵਿੱਚ ਸਿੱਖਾਂ ਨੂੰ ਖੁੱਲਾ ਸੱਦਾ ਦਿੱਤਾ ਜਾ ਰਿਹਾ ਸੀ। ਚਲੋ ਲਿਖਿਆ ਨਹੀਂ ਹੈ, ਸਿੱਖਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ, ਐਨ ਓਪਨ ਇਨਵੀਟੇਸ਼ਨ ਸਭ ਤੋਂ ਉੱਪਰ ਲਿਖ ਦਿੱਤਾ ਜਾਂਦਾ ਹੈ ਤੇ ਬਾਅਦ ਚ ਲਿਖਿਆ ਜਾਂਦਾ ਹੈ ਨੈਸ਼ਨਲ ਸਿੱਖ ਕੰਸਲਟੇਸ਼ਨ। ਜੇਕਰ ਤੁਹਾਡੇ ਕੋਲ ਵੀ ਇਹ ਪੋਸਟਰ ਪਹੁੰਚਿਆ ਹੋਏਗਾ, ਤੁਹਾਡੇ ਮਨ ਦੇ ਵਿੱਚ ਵੀ ਸਵਾਲ ਜ਼ਰੂਰ ਆਇਆ ਹੋਏਗਾ ਕਿ ਹੋ ਸਕਦਾ ਹੈ ਕਿ ਕੋਈ ਗੁਰੂ ਘਰ, ਕੋਈ ਜਥੇਬੰਦੀ ਸਾਡੇ ਵੱਲੋਂ ਇਹ ਪ੍ਰੋਗਰਾਮ ਤਾਂ ਨਹੀਂ ਕਰਵਾ ਰਹੀ, ਸੰਗਤਾਂ ਦੇ ਸਹਿਯੋਗ ਦੇ ਨਾਲ ਤਾਂ ਨਹੀਂ ਇਹ ਪ੍ਰੋਗਰਾਮ ਕੋਈ ਹੋ ਰਿਹਾ। ਲੇਕਿਨ ਇਸ ਪੋਸਟਰ ਦੇ ਵਿੱਚ ਜਦ ਅਸੀਂ ਥੋੜਾ ਗੌਰ ਦੇ ਨਾਲ ਵੇਖਦੇ ਹਾਂ, ਅਗਲੀ ਤਸਵੀਰ ਦਿਖਾਉਂਦੇ ਹਾਂ ਤੁਹਾਨੂੰ, ਕਿਉਂਕਿ ਸੰਗਤਾਂ ਨੂੰ ਅਜਿਹਾ ਕਿਉਂ ਲੱਗਾ ਕਿ ਇਹ ਪ੍ਰੋਗਰਾਮ ਕੋਈ ਸਿੱਖ ਜਥੇਬੰਦੀ ਤਾਂ ਨਹੀਂ ਕਰਾ ਰਹੀ। ਇਹ ਜੋ ਤੁਹਾਨੂੰ ਤਸਵੀਰ ਅਸੀਂ ਦਿਖਾ ਰਹੇ ਹਾਂ, ਜਦ ਤੁਸੀਂ ਆਪਣੇ ਮੋਬਾਈਲ ਫੋਨ ਦੇ ਵਿੱਚ ਇਸ ਪੋਸਟਰ ਨੂੰ ਵੇਖਿਆ ਹੋਏਗਾ ਤਾਂ ਗੁਰੂ ਘਰ ਦੀ ਤਸਵੀਰ ਨੂੰ ਵੇਖ ਕੇ ਤੁਸੀਂ ਵੀ ਜ਼ਰੂਰ ਸੋਚਿਆ ਹੋਏਗਾ ਕਿ ਹੋ ਸਕਦਾ ਹੈ ਕਿ ਕੋਈ ਸਿੱਖ ਜਥੇਬੰਦੀ ਇਸ ਸਮਾਗਮ ਨੂੰ ਕਰਵਾ ਰਹੀ ਹੈ। ਲੇਕਿਨ ਸੰਗਤ ਜੀ, ਅਜਿਹਾ ਬਿਲਕੁਲ ਨਹੀਂ ਹੈ, ਕਿਉਂਕਿ ਇਸ ਪੋਸਟਰ ਦੇ ਵਿੱਚ ਬਿਲਕੁਲ ਨੈਸ਼ਨਲ ਸਿੱਖ ਕੰਸਲਟੇਸ਼ਨ ਦੇ ਥੱਲੇ ਲਿਖਿਆ ਹੋਇਆ ਹੈ ਕਾਲਿੰਗ ਸਿੱਖਸ ਟੂ ਕ੍ਰਿਸਟ। ਜਦ ਨਾਮ ਇੱਕ ਕ੍ਰਿਸਟ ਦਾ ਇੱਥੇ ਪੜਿਆ ਜਾਂਦਾ ਹੈ ਤਦ ਕੰਨ ਖੜੇ ਹੋ ਜਾਂਦੇ ਨੇ। ਤਾਂ ਸਾਨੂੰ ਸੋਚਣਾ ਪੈਂਦਾ ਹੈ ਕਿ ਕਿੱਥੇ ਵੱਡੇ ਪੱਧਰ ਦੇ ਉੱਤੇ ਸਿੱਖਾਂ ਨੂੰ ਉਹਨਾਂ ਦੇ ਧਰਮ ਨੂੰ ਤਿਆਗਣ ਦੇ ਲਈ ਕਿਹਾ ਤਾਂ ਨਹੀਂ ਜਾ ਰਿਹਾ, ਸਿੱਖਾਂ ਨੂੰ ਵੱਡੇ ਪੱਧਰ ਦੇ ਉੱਤੇ ਕਨਵਰਜਨ ਉਹਨਾਂ ਦੀ ਤਾਂ ਨਹੀਂ ਕਰਵਾਈ ਜਾ ਰਹੀ। ਇਸ ਬਾਰੇ ਜਦ ਅਸੀਂ ਸੋਚਦੇ ਹਾਂ ਤਾਂ ਇਸੇ ਪੋਸਟਰ ਦੇ ਉੱਤੇ ਲਿਖੀ ਅਗਲੀ तमाम ਜਾਣਕਾਰੀ ਕੀ ਸੀਗੀ ਉਹ ਵੀ ਤੁਹਾਨੂੰ ਪੜ੍ਹਾਉਂਦੇ ਹਾਂ। ਅਗਲੀ ਤਸਵੀਰ ਜੋ ਸੀਗੀ, ਉਸੇ ਪੋਸਟਰ ਦੇ ਵਿੱਚ ਤੁਹਾਨੂੰ ਥੱਲੇ ਇਹ ਵੀ ਵੇਖਣ ਨੂੰ ਮਿਲੇਗਾ ਕਿ ਕਿਸ ਤਰੀਕੇ ਦੇ ਨਾਲ ਯੂਕੇ ਦੇ ਨਕਸ਼ੇ ਨੂੰ ਵਿਖਾਇਆ ਗਿਆ। ਯੂਕੇ ਦੇ ਨਕਸ਼ੇ ਦੇ ਉੱਤੇ ਸਿੱਖ ਕਿਹੜੇ ਸ਼ਹਿਰ ਦੇ ਵਿੱਚ ਕਿੰਨੇ ਕੁ ਉਹਨਾਂ ਦੀ ਪੋਪੂਲੇਸ਼ਨ ਹੈ, ਇਸ ਰੰਗ ਦੇ ਨਾਲ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਸਮਾਗਮ ਦੀ ਜਾਣਕਾਰੀ ਦਿੰਦਿਆਂ ਹੋਇਆਂ ਕੁਝ ਚੰਦ ਚਿਹਰੇ, ਇੱਥੇ ਉਹ ਚਿਹਰੇ ਜੋ ਗੈਰ ਸਿੱਖ ਸੀਗੇ, ਉਹਨਾਂ ਦੇ ਜੋ ਸਪੀਕਰਸ ਇਸ ਸਮਾਗਮ ਦੇ ਵਿੱਚ ਪਹੁੰਚਣੇ ਸੀਗੇ, ਉਹਨਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਉਹਨਾਂ ਦੇ ਨਾਮ, ਉਹਨਾਂ ਦੀ ਡੈਜ਼ਿਗਨੇਸ਼ਨ, ਇਹਨਾਂ ਦੇ ਨਾਮ, ਇਹਨਾਂ ਦੀ ਡੈਜ਼ਿਗਨੇਸ਼ਨ ਸਾਡੇ ਨਾਲ ਤਾਲੁਕਾਤ ਰੱਖਦੀ ਹੈ, ਭਾਵੇਂ ਨਹੀਂ ਰੱਖਦੀ। ਲੇਕਿਨ ਸਵਾਲ ਇਹ ਹੈ ਕਿ ਇੱਕ ਘਿਨੌਨੀ ਸਾਜ਼ਿਸ਼ ਰਚੀ ਜਾ ਰਹੀ ਹੈ ਵੱਡੇ ਪੱਧਰ ਦੇ ਉੱਤੇ, ਨਾ ਸਿਰਫ ਯੂਕੇ ਦੇ ਵਿੱਚ ਬਲਕਿ ਦੁਨੀਆ ਭਰ ਦੇ ਵਿੱਚ, ਜਿੱਥੇ ਸਿੱਖਾਂ ਨੂੰ ਕਿਸ ਤਰੀਕੇ ਦੇ ਨਾਲ ਕਨਵਰਜਨ ਉਹਨਾਂ ਦਾ ਕਰਵਾਇਆ ਜਾਣਾ ਚਾਹੀਦਾ ਹੈ। ਰਾਹ ਕੀ ਹੈਗਾ ਸਹੀ ਤਰੀਕੇ ਦੇ ਨਾਲ ਕਨਵਰਜਨ ਕਰਾਉਣ ਦਾ। ਸਿੱਖਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਕਿਵੇਂ ਪੈਦਾ ਕਰ ਸਕਣ ਉਹ ਲੋਕ ਕਿ ਉਹਨਾਂ ਦਾ ਗੁਰੂ ਕੀ ਅਸਲ ਗੁਰੂ ਹੈ ਜਾਂ ਕਿ ਉਹਨਾਂ ਦੇ ਗੁਰੂ ਤੋਂ ਉੱਪਰ ਵੀ ਕੋਈ ਵੱਡੀ ਚੀਜ਼ ਹੈ। ਇਹ ਇੱਕ ਵਿਵਾਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੇ ਤੱਥ ਅਸੀਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਇਸੇ ਪੋਸਟਰ ਦੇ ਵਿੱਚ ਇਹ ਇਵੈਂਟ, ਕਿਉਂਕਿ ਜਦ ਵੀ ਸਾਡੇ ਕੋਲ ਕੋਈ ਪੋਸਟਰ ਪਹੁੰਚਦਾ ਹੈ ਥੱਲੇ ਕਈ ਕੰਪਨੀਆਂ ਦੇ ਨਾਮ ਲਿਖੇ ਹੁੰਦੇ ਨੇ, ਜਾਪਦਾ ਇੰਜ ਕੰਪਨੀਆਂ ਸਪਾਂਸਰ ਕਰ ਰਹੀਆਂ ਨੇ, ਲੇਕਿਨ ਨਹੀਂ। ਇੱਥੇ ਲਿਖਿਆ ਹੋਇਆ ਹੈ ਹੋਸਟਡ ਬਾਏ। ਇਹ ਸਮਾਗਮ ਕਿਹਨਾਂ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ। ਚੰਦ ਕੰਪਨੀਆਂ ਦੇ ਨਾਮ ਇੱਥੇ ਲਿਖੇ ਗਏ ਨੇ। ਗਲੋਬਲ ਡਾਇਸਪੋਰਾ ਨੈਟਵਰਕ, ਸਿੱਖ ਵਰਕਿੰਗ ਗਰੁੱਪ ਲੋਆਂਸ, ਇਹ ਕੰਪਨੀ ਦਾ ਨਾਮ, ਤੇ ਉਸ ਤੋਂ ਬਾਅਦ ਇਲਫਰਡ ਹਾਈ ਰੋਡ ਬੈਪਟਿਸਟ ਚਰਚ, ਇਹ ਹੋਸਟ ਕਰਵਾ ਰਹੇ ਨੇ। ਤੇ ਸਾਡੇ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਕਿਉਂ ਨਾ ਇਹਨਾਂ ਸੰਸਥਾਵਾਂ ਬਾਰੇ ਹੀ ਹੋਰ ਚੀਜ਼ਾਂ ਖੋਜਣ ਦੀ ਅਸੀਂ ਕੋਸ਼ਿਸ਼ ਕਰੀਏ, ਹੋਰ ਚੀਜ਼ਾਂ ਆਪਣੇ ਦਰਸ਼ਕਾਂ ਦੇ ਲਈ ਲੈ ਕੇ ਆਈਏ। ਜਦ ਅਸੀਂ ਇਸ ਲੁਜ਼ਾਨੇ ਮੂਵਮੈਂਟ ਤੱਕ ਪਹੁੰਚੇ ਤਦ ਸਾਨੂੰ ਕਈ ਉੱਥੇ ਤੱਥ ਅਜਿਹੇ ਮਹਿਸੂਸ ਹੋਏ ਕਿ ਤੁਹਾਡੇ ਤੱਕ ਪਹੁੰਚਾਣੇ ਬੇਹੱਦ ਜ਼ਰੂਰੀ ਨੇ। ਸੰਗਤ ਜੀ, ਲੋਜ਼ਾਨ ਮੂਵਮੈਂਟ ਦੀ ਜਿਸ ਵੇਲੇ ਅਸੀਂ ਗੱਲ ਕਰਦੇ ਹਾਂ, ਲੋਜ਼ਾਨ ਮੂਵਮੈਂਟ ਅਸਲ ਦੇ ਵਿੱਚ ਹੈ ਕੀ? ਲੋਜ਼ਾਨ ਮੂਵਮੈਂਟ ਵੱਡੇ ਪੱਧਰ ਦੇ ਉੱਤੇ ਆਪਣੇ ਵੱਲੋਂ ਇੱਕ ਅਜਿਹੀ ਮੂਵਮੈਂਟ ਚਲਾ ਰਹੀ ਹੈ ਜਿਸ ਦੇ ਵਿੱਚ ਸਿੱਖਾਂ ਨੂੰ ਟਾਰਗੇਟ ਕੀਤਾ ਜਾਏ, ਉਹਨਾਂ ਦੇ ਅਜਿਹੇ ਸੌਫਟ ਪੁਆਇੰਟ ਲੱਭੇ ਜਾਣ ਜਿਸ ਦੇ ਉੱਤੇ ਇੱਕ ਸੱਟ ਮਾਰ ਕੇ
ਉਹਨਾਂ ਨੂੰ ਉਹਨਾਂ ਦੀਆਂ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਣ ਕਿ ਜੀ ਦੇਖੋ ਤੁਹਾਡੇ ਧਰਮ ਤੋਂ ਇਲਾਵਾ ਵੀ ਕੁਝ ਹੋਰ ਹੈ ਜਿਸ ਨੂੰ ਤੁਸੀਂ ਅਪਣਾ ਸਕਦੇ ਹੋ। ਵੱਡੇ ਪੱਧਰ ਦੇ ਉੱਤੇ ਇੱਥੇ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ, ਮੋਬਿਲਾਈਜ਼ ਕੀਤਾ ਜਾਂਦਾ ਉਹਨਾਂ ਨੂੰ ਕਿ ਉਹ ਆਪਣਾ ਧਰਮ ਤਿਆਗ ਕੇ ਇੱਥੇ ਆ ਜਾਣ, ਈਸਾਈ ਬਣ ਜਾਣ। ਇਹ ਇੱਕ ਚਿਹਰਾ ਹੈ ਜੋ ਤੁਹਾਨੂੰ ਵੇਖਣਾ ਬੇहद ਜ਼ਰੂਰੀ ਚਾਹੀਦਾ ਹੈ। ਇਸ ਸ਼ਖਸ ਦੇ ਵੱਲੋਂ ਇੱਕ ਆਰਟੀਕਲ ਲਿਖਿਆ ਜਾਂਦਾ, ਮੈਂ ਵਾਪਸ ਪਿਛਲੀ ਤਸਵੀਰ ਵੱਲ ਜਾਣਾ ਚਾਹਾਂਗਾ। ਇਸ ਸ਼ਖਸ ਦੇ ਵੱਲੋਂ ਇੱਕ ਆਰਟੀਕਲ ਲਿਖਿਆ ਜਾਂਦਾ ਹੈ ਜਿਸ ਆਰਟੀਕਲ ਨੂੰ ਦੁਨੀਆ ਭਰ ਦੇ ਵਿੱਚ ਸਾਲ 2020 ਦੇ ਵਿੱਚ ਉਸ ਵੇਲੇ ਪ੍ਰਸਾਰਿਤ ਕੀਤਾ ਜਾਂਦਾ ਹੈ, ਪ੍ਰਚਾਰਿਆ ਜਾਂਦਾ ਉਸ ਆਰਟੀਕਲ ਨੂੰ ਜਿਸ ਵੇਲੇ ਮਹਾਮਾਰੀ ਚੱਲ ਰਹੀ ਸੀ, ਲੋਕ ਆਪਣੇ ਘਰਾਂ ਦੇ ਵਿੱਚ ਸੀਗੇ, ਤਾਂ ਹੀ ਉਸ ਵੇਲੇ ਆਰਟੀਕਲ ਲਿਆਇਆ ਜਾਂਦਾ ਹੈ। ਇਸ ਆਰਟੀਕਲ ਦੇ ਵਿੱਚ ਗੱਲ ਕੀ ਕਹੀ ਜਾਂਦੀ ਹੈ? ਲੀਡਿੰਗ ਸਿੱਖਸ ਟੂ ਦੀ ਅਲਟੀਮੇਟ ਗੁਰੂ। ਸਿੱਖਾਂ ਨੂੰ ਉਸ ਪਾਸੇ ਲੈ ਕੇ ਜਾਓ, ਸਿੱਖਾਂ ਨੂੰ ਉਸ ਰਾਹੇ ਤੋਰੋ ਜਿੱਥੇ ਅਲਟੀਮੇਟ ਗੁਰੂ ਹੋਵੇ। ਤੇ ਇੱਥੇ ਅਲਟੀਮੇਟ ਗੁਰੂ ਕ੍ਰਾਈਸਟ ਨੂੰ ਕਿਹਾ ਗਿਆ ਹੈ, ਯਿਸੂ ਮਸੀਹ ਨੂੰ ਕਿਹਾ ਗਿਆ ਹੈ। ਗੁਰੂ ਤੋਂ ਉੱਪਰ ਅਲਟੀਮੇਟ ਗੁਰੂ ਦਾ ਸ਼ਬਦ ਦਾ ਇਸਤੇਮਾਲ ਕਰਕੇ ਇੱਥੇ ਅਜਿਹੇ ਆਰਟੀਕਲ ਛਾਪੇ ਜਾ ਰਹੇ ਸੀ। ਕਿਸ ਦੇ ਵੱਲੋਂ? ਜੋਏ ਤੇਰਾ ਵੱਲੋਂ। ਜੋਏ ਤੇਰਾ ਇਸ ਸ਼ਖਸ ਦਾ ਨਾਮ ਹੈ ਜੋ ਕੈਨੇਡਾ ਦਾ ਰਹਿਣ ਵਾਲਾ ਹੈ ਤੇ ਅਜਿਹੇ ਇਹ ਕਹਿ ਲਈ ਅਸੀਂ ਮੰਨ ਸਕਦੇ ਹਾਂ ਈਸਾਈ ਪ੍ਰਚਾਰਕ ਹੈ। ਉਹ ਆਪਣਾ ਕੰਮ ਕਰ ਰਿਹਾ, ਲੇਕਿਨ ਇਹ ਕੰਮ ਇੰਨੇ ਵੱਡੇ ਪੱਧਰ ਦੇ ਉੱਤੇ ਇੰਨੀ ਗਣਿਤ ਦੇ ਨਾਲ ਇੰਨੀ ਕਹਿ ਰਹੀ ਹੈ ਕੱਲੀ ਚੀਜ਼ ਛਾਪ ਕੇ ਪ੍ਰਚਾਰੀ ਜਾ ਰਹੀ ਹੈ ਜਿਸ ਦੀ ਕੋਈ ਹੱਦ ਹੀ ਨਹੀਂ। ਕੱਲੀ ਚੀਜ਼ ਬਿਆਨ ਕੀਤੀ ਜਾ ਰਹੀ ਹੈ। ਕਿਹੜੀਆਂ ਚੀਜ਼ਾਂ ਬਿਆਨ ਕੀਤੀਆਂ ਜਾ ਰਹੀਆਂ ਨੇ? ਜਦ ਅਸੀਂ ਜੋਏ ਤੇਰਾ ਦੇ ਲਿਖੇ ਹੋਏ ਆਰਟੀਕਲ ਨੂੰ ਪੜ੍ਹਦੇ ਹਾਂ, ਕਈ ਸਾਰੀਆਂ ਚੀਜ਼ਾਂ ਉਸ ਦੇ ਵਿੱਚ ਮਿਲਦੀਆਂ ਨੇ। ਇਸ ਦਾ ਐਕਸਪੀਰੀਅੰਸ ਕੀ ਹੈ ਸਿੱਖਾਂ ਦੇ ਨਾਲ, ਸਿੱਖ ਆਪਣੇ ਧਰਮ ਦੇ ਨਾਲ ਕਿੰਨੀਆਂ ਕੁ ਭਾਵਨਾਵਾਂ ਦੇ ਨਾਲ ਜੁੜੇ ਨੇ, ਸਿੱਖਾਂ ਦੇ ਲਈ ਉਹਨਾਂ ਦੇ ਕਕਾਰਾਂ ਦੀ ਅਹਿਮੀਅਤ ਕੀ ਹੈ, ਸਿੱਖ ਆਪਣੇ ਧਾਰਮਿਕ ਗ੍ਰੰਥ ਨੂੰ ਕਿੰਨੀ ਕੁ ਅਹਿਮੀਅਤ ਦਿੰਦੇ ਨੇ, ਕਿੰਨੀ ਕੁ ਮਹੱਤਤਾ ਦਿੰਦੇ ਨੇ, ਆਪਣੇ ਗੁਰੂ ਦੇ ਕਿੰਨੇ ਨੇੜੇ ਨੇ, ਗੁਰੂ ਇਤਿਹਾਸ ਦੇ ਕਿੰਨੇ ਨੇੜੇ ਨੇ। ਇਹ ਸਾਰੀਆਂ ਚੀਜ਼ਾਂ ਦੀ ਘੋਖ ਕਰਕੇ ਆਪਣੇ ਇੱਕ ਆਰਟੀਕਲ ਦੇ ਵਿੱਚ ਇਹ ਜੋਏ ਤੇਰਾ ਲਿਖਦਾ ਹੈ। ਤੇ ਜੋਏ ਤੇਰਾ ਆਰਟੀਕਲ ਦੇ ਵਿੱਚ ਲਿਖਦਾ ਕੀ ਹੈ? ਅਗਲੀ ਤਸਵੀਰ ਦੇ ਵਿੱਚ ਮੈਂ ਤੁਹਾਨੂੰ ਵਿਖਾਣਾ ਚਾਹਾਂਗਾ। ਹੂ ਆਰ ਦੇ? ਸਿੱਖ ਕੌਣ ਨੇ? ਵੇਅਰ ਆਰ ਦੇ? ਸਿੱਖ ਰਹਿੰਦੇ ਕਿੱਥੇ ਨੇ? ਸਿੱਖਾਂ ਦੀ ਪਾਪੂਲੇਸ਼ਨ ਜਿਨ੍ਹਾਂ ਮੁਲਕਾਂ ਦੇ ਵਿੱਚ ਸਭ ਤੋਂ ਵੱਧ ਹੈ ਉਸ ਦੇ ਆંકੜੇ ਆਪਣੇ ਵੱਲੋਂ ਕੱਢ ਕੇ ਲਿਖਦਾ ਆਪਣੇ ਆਰਟੀਕਲ ਦੇ ਵਿੱਚ ਕਿ ਕੈਨੇਡਾ, ਯੂਨਾਈਟਿਡ ਕਿੰਗਡਮ, ਯੂਨਾਈਟਿਡ ਸਟੇਟਸ, ਆਸਟ੍ਰੇਲੀਆ, ਮਲੇਸ਼ੀਆ, ਇੱਥੇ ਸਿੱਖ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਨੇ। ਅਗਾਂਹ ਇਹ ਵੀ ਲਿਖ ਦਿੰਦਾ ਹੈ ਕਿ ਕੇਨੀਆ, ਯੁਗਾਂਡਾ ਅਤੇ ਥਾਈਲੈਂਡ ਤੋਂ ਇਲਾਵਾ ਇਟਲੀ ਅਤੇ ਮੌਰੀਸ਼ੀਅਸ ਦੇ ਵਿੱਚ ਇਹਨਾਂ ਹੀ ਸਿੱਖਾਂ ਦੀ, ਜਿਹੜੇ ਸਿੱਖ ਹੁਣ ਵੈਸਟ ਦੇ ਵਿੱਚ ਮੂਵ ਕਰ ਗਏ, ਉਹਨਾਂ ਸਿੱਖਾਂ ਦੀ ਪਿਛਲੀਆਂ ਪੀੜ੍ਹੀਆਂ ਰਹਿ ਕੇ ਆ ਚੁੱਕੀਆਂ ਨੇ ਤੇ ਹੋ ਸਕਦਾ ਉੱਥੇ ਵੀ ਸਿੱਖ ਹਲੇ ਵਸਦੇ ਹੋਣ। ਤੇ ਉਸ ਤੋਂ ਇਲਾਵਾ ਆਪਣੀ ਰਿਪੋਰਟ ਦੇ ਵਿੱਚ ਇਹ ਵੀ ਲਿਖਦਾ ਹੈ ਕਿ ਐਮ ਸੁਧੀਰ ਨਾਮ ਦੇ ਬੰਦੇ ਦੇ ਮੁਤਾਬਕ, ਜੋ ਫਿਲੀਪੀਨਸ ਦਾ ਰਹਿਣ ਵਾਲਾ ਹੈ, ਉੱਥੇ 50,000 ਸਿੱਖਾਂ ਤੱਕ ਆਪਣੇ ਇਸ ਪ੍ਰਚਾਰ ਨੂੰ ਪਹੁੰਚਾਇਆ ਜਾ ਰਿਹਾ ਹੈ, ਜਿਸ ਪ੍ਰਚਾਰ ਦੇ ਵਿੱਚ ਸਿੱਖਾਂ ਨੂੰ ਸਿੱਖਾਂ ਦੇ ਗੁਰੂ ਤੋਂ ਹਟਾ ਕੇ ਅਲਟੀਮੇਟ ਗੁਰੂ ਤੱਕ ਕਿਵੇਂ ਲੈ ਕੇ ਜਾਇਆ ਜਾ ਸਕੇ, ਯਾਨੀ ਕਿ ਸਿੱਖਾਂ ਦਾ ਕਨਵਰਜਨ ਕਿਵੇਂ ਕਰਵਾਇਆ ਜਾ ਸਕੇ, ਉਸ ਬਾਰੇ ਜਾਣਕਾਰੀ ਆਪਣੇ ਵੱਲੋਂ ਇਸ ਆਰਟੀਕਲ ਦੇ ਵਿੱਚ ਦਿੰਦਾ ਹੋਇਆ ਇਹ ਜੋਏ ਤੇਰਾ ਨਜ਼ਰ ਆ ਰਿਹਾ ਹੈ। ਇਸ ਆਰਟੀਕਲ ਤੋਂ ਇਲਾਵਾ ਜਦ ਅਸੀਂ ਇਸੇ ਵੈਬਸਾਈਟ ਦੇ ਉੱਤੇ, ਲੁਜ਼ਾਨ ਮੂਵਮੈਂਟ ਦੀ ਵੈਬਸਾਈਟ ਦੇ ਉੱਤੇ ਅਸੀਂ ਹੋਰ ਰਿਸਰਚ ਕੀਤਾ ਤਾਂ ਅਸੀਂ ਇੱਕ ਹੋਰ ਆਰਟੀਕਲ ਦੇ ਉੱਤੇ ਪਹੁੰਚੇ। ਇਹ ਆਰਟੀਕਲ ਸਾਨੂੰ ਹੋਰ ਹੈਰਾਨ ਕਰ ਦਿੰਦਾ ਹੈ। ਸ਼ੇਅਰਿੰਗ ਜੀਸਸ ਵਿਦ ਸਿੱਖ ਫਰੈਂਡਸ। ਇਹ ਸਪਸ਼ਟ ਕਰਦਾ ਹੈ ਕਿ ਕਿਵੇਂ ਇਹ ਮੂਵਮੈਂਟ ਸਿਰਫ ਤੇ ਸਿਰਫ ਸਮਰਪਿਤ ਹੈ ਕਿ ਜੀਸਸ ਬਾਰੇ ਸਿੱਖਾਂ ਨੂੰ ਕਿਵੇਂ ਦੱਸਿਆ ਜਾਵੇ। ਜੀਸਸ ਬਾਰੇ ਸਿੱਖਾਂ ਨੂੰ ਕਿਵੇਂ ਦੱਸਿਆ ਜਾਵੇ। ਉਸ ਦੇ ਵਿੱਚ ਕੀ ਕਹਿੰਦਾ ਹੈ? ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਵੈਬਸਾਈਟ ਦਾ ਮਕਸਦ ਸੰਗਤ ਜੀ ਤੁਹਾਨੂੰ ਸਮਝਣਾ ਪਏਗਾ। ਇਹ ਵੈਬਸਾਈਟ ਇਸ ਵੇਲੇ ਤੁਹਾਨੂੰ ਸਿੱਧਾ ਟਾਰਗੇਟ ਨਹੀਂ ਕਰ ਰਹੀ ਹੈ। ਇਹ ਵੈਬਸਾਈਟ ਵੱਡੇ ਪੱਧਰ ਦੇ ਵਿੱਚ ਅਜਿਹੇ ਬੰਦੇ ਪਹਿਲਾਂ ਪ੍ਰੋਡਿਊਸ ਕਰ ਰਹੀ ਹੈ ਜੋ ਇਹ ਸਮਝ ਸਕਣ ਕਿ ਅਸੀਂ ਸਿੱਖਾਂ ਨੂੰ ਕਿਵੇਂ ਉਹਨਾਂ ਦੇ ਧਰਮ ਤੋਂ ਤੋੜ ਕੇ ਆਪਣੇ ਧਰਮ ਦੇ ਵਿੱਚ ਲੈ ਕੇ ਆਉਣਾ ਹੈ। ਸਿੱਖਾਂ ਦੇ ਧਰਮ ਬਾਰੇ ਸਭ ਤੋਂ ਪਹਿਲਾਂ ਦੱਸਿਆ ਜਾਂਦਾ ਹੈ, ਉਸ ਤੋਂ ਬਾਅਦ ਦੇ ਵਿੱਚ ਥੱਲੇ ਦੱਸ ਦਿੱਤਾ ਜਾਂਦਾ ਹੈ ਕਿ ਸਿੱਖਾਂ ਦੇ ਲਈ ਸਿੱਖਾਂ ਦੇ ਕਕਾਰਾਂ ਦੀ ਅਹਿਮੀਅਤ ਕੀ ਹੈ। ਇਹ ਇੱਕ ਗੈਰ ਸਿੱਖ ਦੇ ਵੱਲੋਂ ਲਿਖਿਆ ਹੋਇਆ ਆਰਟੀਕਲ ਹੈ। ਇੱਕ ਅਜਿਹਾ ਵਿਅਕਤੀ ਜਿਸ ਨੂੰ ਸਿੱਖ ਇਤਿਹਾਸ ਬਾਰੇ ਕਿੰਨੀ ਕੁ ਨੌਲੇਜ ਹੈ, ਕਿੰਨੀ ਕੁ ਨਹੀਂ, ਅਸੀਂ ਉਸ ਦੀ ਇੱਥੇ ਪੁਸ਼ਟੀ ਨਹੀਂ ਕਰ ਸਕਦੇ। ਲੇਕਿਨ ਹਾਂ, ਅਸੀਂ ਇਸ ਲੁਜ਼ਾਨ ਮੂਵਮੈਂਟ ਦੇ ਉੱਤੇ ਇਹ ਸਵਾਲ ਖੜੇ ਕਰ ਸਕਦੇ ਹਾਂ ਕਿ ਭਾਵੇਂ ਉਹ ਆਪਣੇ ਮੂਵਮੈਂਟ ਦੇ ਵਿੱਚ ਆਪਣੇ ਪ੍ਰਚਾਰ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਜਾਗਰੂਕਤਾ ਫੈਲਾ ਰਹੇ ਹੋਣ,
ਆਪਣੇ ਧਰਮ ਬਾਰੇ ਜਿੰਨੀ ਕੁ ਮਰਜ਼ੀ ਜਾਗਰੂਕਤਾ ਫੈਲਾਉਣ, ਲੇਕਿਨ ਕਿਸੇ ਇੱਕ ਅਸੀਂ ਘੱਟ ਗਿਣਤੀਆਂ ਦੀ ਜੇਕਰ ਗੱਲ ਕਰਦੇ ਹਾਂ, ਉਸ ਘੱਟ ਗਿਣਤੀ ਦੇ ਉੱਤੇ ਇਸ ਤਰੀਕੇ ਦੇ ਨਾਲ ਟਾਰਗੇਟ ਕਰਕੇ ਜਿਸ ਦੇ ਵਿੱਚ ਕਿਹਾ ਜਾਏ ਕਿ ਸ਼ੇਅਰਿੰਗ ਜੀਸਸ ਵਿਦ ਸਿੱਖ ਫਰੈਂਡਸ, ਤਦ ਉੱਥੇ ਸਵਾਲ ਖੜੇ ਹੋਣੇ ਬਣਦੇ ਨੇ, ਬੇहद ਲਾਜ਼ਮੀ ਨੇ। ਇਸ ਆਰਟੀਕਲ ਦੇ ਵਿੱਚ ਸਿੱਖ ਧਰਮ ਬਾਰੇ ਪਹਿਲਾਂ ਜਾਣਕਾਰੀ ਦਿੱਤੀ ਜਾਂਦੀ ਹੈ ਉਹਨਾਂ ਲੋਕਾਂ ਨੂੰ ਜੋ ਲੋਕ ਅੱਗੇ ਕੰਮ ਕਰਨਗੇ ਉਹਨਾਂ ਦਾ, ਸਿੱਖਾਂ ਨੂੰ ਤੋੜ ਕੇ ਆਪਣੇ ਧਰਮ ਦੇ ਵਿੱਚ ਲੈ ਕੇ ਆਣਗੇ। ਅਗਲੀ ਤਸਵੀਰ ਹੁਣ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਤੇ ਸੰਗਤ ਜੀ, ਇਹੀ ਆਰਟੀਕਲ ਅੱਗੇ ਚੱਲਦਾ ਹੋਇਆ ਉਹਨਾਂ ਲੋਕਾਂ ਨੂੰ ਦੱਸਦਾ ਹੈ ਕਿ ਸਿੱਖਾਂ ਦੇ ਬਿਲੀਵਸ ਕੀ ਨੇ, ਸਿੱਖ ਆਪਣਾ ਭਰੋਸਾ ਕਿਸ ਦੇ ਵਿੱਚ ਰੱਖਦੇ ਨੇ, ਸਿੱਖ ਇਬਾਦਤ ਕਿਸ ਤਰੀਕੇ ਦੇ ਨਾਲ ਕਰਦੇ ਨੇ। ਇਬਾਦਤ ਦੀ ਗੱਲ ਵੀ ਇੱਥੇ ਰੱਖੀ ਗਈ ਹੈ ਅਤੇ ਕਈ ਚੀਜ਼ਾਂ ਨੇ ਜੋ ਬੋਲਡ ਕਰਕੇ ਰੱਖੀਆਂ ਗਈਆਂ ਨੇ ਕਿ ਸਿੱਖ ਇੱਕ ਗੁਰੂ ਦੇ ਵਿੱਚ ਭਰੋਸਾ ਰੱਖਦੇ ਨੇ। ਇਹ तमाम ਚੀਜ਼ਾਂ ਹਾਈਲਾਈਟ ਕਰਕੇ ਲੋਕਾਂ ਨੂੰ ਦੱਸੀਆਂ ਜਾ ਰਹੀਆਂ ਨੇ। ਆਪਣੇ ਇਸ ਕੈਡਰ ਨੂੰ ਵਧਾਉਣ ਦੇ ਲਈ, ਆਪਣੇ ਇਸ ਕਾਫਲੇ ਨੂੰ ਵਧਾਉਣ ਦੇ ਚੱਕਰ ਦੇ ਵਿੱਚ ਲੁਜ਼ਾਨ ਮੂਵਮੈਂਟ ਲੱਗਾ ਹੋਇਆ ਹੈ ਕਿ ਜਿਸ ਦੇ ਰਾਹੀਂ ਸਿੱਖਾਂ ਨੂੰ ਤੋੜਿਆ ਜਾ ਸਕੇ। ਸਿੱਖਾਂ ਦੀ ਨਸਲਕੁਸ਼ੀ ਪਹਿਲਾਂ ਤਾਂ ਹੁੰਦੀ ਰਹੀ ਹੈ ਤੇ ਹੁਣ ਸਿੱਖਾਂ ਨੂੰ ਕਨਵਰਟ ਕਰਕੇ ਆਪਣੇ ਧਰਮ ਦੇ ਵਿੱਚ ਲੈ ਆਈਏ ਤਾਂ ਕਿ ਉਹਨਾਂ ਦੀ ਰਹਿੰਦੀ ਹੋਈ ਹੋਂਦ ਖੋਂਦ ਨੂੰ ਵੀ ਮਿਟਾਇਆ ਜਾ ਸਕੇ। ਇਹ ਵੱਡੇ ਪੱਧਰ ਦੇ ਉੱਤੇ ਹੋ ਰਿਹਾ, ਕੱਲਾ ਯੂਕੇ ਨਹੀਂ, ਕੱਲਾ ਅਮਰੀਕਾ ਨਹੀਂ, ਵਰਲਡ ਵਾਈਡ ਇਹ ਮੂਵਮੈਂਟ ਇਸ ਵੇਲੇ ਚੱਲ ਰਹੀ ਹੈ। ਅੱਗੇ ਚਲਾਂਗੇ, ਇੱਕ ਵੱਡੀ ਗੱਲ, ਇਹ ਚੀਜ਼ ਨਾ ਸਿਰਫ ਪ੍ਰਚਾਰੀ ਜਾ ਰਹੀ ਹੈ ਬਲਕਿ ਲੋਕਾਂ ਦੇ ਐਕਸਪੀਰੀਅੰਸ, ਯਾਨੀ ਕਿ ਕੋਈ ਇੱਕ ਸੁਭਾਵਕ ਤੌਰ ਦੇ ਉੱਤੇ ਕੋਈ ਇੱਕ ਬੰਦਾ ਬਾਹਰੋਂ ਆ ਕੇ ਇਸ ਵੈਬਸਾਈਟ ਨੂੰ ਪੜ੍ਹ ਕੇ ਆਪਣੇ ਵੱਲੋਂ ਕੋਸ਼ਿਸ਼ ਕਰਦਾ ਹੈ ਕਿਸੇ ਇੱਕ ਸਿੱਖ ਨੂੰ ਤੋੜ ਕੇ ਉਹਦੇ ਧਰਮ ਚੋਂ ਆਪਣੇ ਧਰਮ ਦੇ ਵਿੱਚ ਲੈ ਆਏ। ਜੇਕਰ ਉਹ ਸਕਸੈਸਫੁਲ ਹੁੰਦਾ ਵੀ ਹੈ ਤਾਂ ਉਸ ਦਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ, ਉਸ ਐਕਸਪੀਰੀਅੰਸ ਨੂੰ ਸਾਂਝਾ ਕਰਦਿਆਂ ਹੋਇਆਂ ਵੀ ਇੰਸਟਾਗ੍ਰਾਮ ਦੇ ਉੱਤੇ ਵੀਡੀਓਜ਼ ਪਾਈਆਂ ਜਾਂਦੀਆਂ ਨੇ ਕਿ ਤੁਸੀਂ ਦੱਸੋ ਕਿ ਤੁਸੀਂ ਜਦ ਕਿਸੇ ਨੂੰ ਜੀਸਸ ਬਾਰੇ ਦੱਸਦੇ ਹੋ, ਜੀਸਸ ਦੇ ਨਾਲ ਕਿਸੇ ਨੂੰ ਰੂਬਰੂ ਕਰਵਾਉਂਦੇ ਹੋ ਬਾਈਬਲ ਦੇ ਰਾਹੀਂ, ਤਦ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਰਹਿੰਦਾ ਹੈ। ਅਸੀਂ ਇਹ ਸਭ ਕੁਝ ਜੋ ਤੁਹਾਨੂੰ ਦੱਸ ਰਹੇ ਹਾਂ ਆਪਣੇ ਵੱਲੋਂ ਨਹੀਂ, ਇਸ ਵੈਬਸਾਈਟ ਦੇ ਉੱਤੇ ਇਸ ਮੂਵਮੈਂਟ ਦੇ ਵੱਲੋਂ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਦੇ ਮੁਲਾਂਕਣ ਤੋਂ ਬਾਅਦ ਹੀ ਤੁਹਾਡੇ ਨਾਲ ਅਸੀਂ ਇੱਥੇ ਗੱਲ ਕਰ ਰਹੇ ਹਾਂ। ਅਗਲੀ ਤਸਵੀਰ ਮੈਂ ਹੁਣ ਤੁਹਾਨੂੰ ਵਿਖਾਉਣਾ ਚਾਹਾਂਗਾ ਜਿੱਥੇ ਅਸੀਂ ਗੱਲ ਕਰ ਰਹੇ ਸੀ ਕਿ ਜਦ ਇਹ ਪੜਚੋਲ ਕਰਦੇ ਨੇ ਕਿ ਸਿੱਖ ਆਪਣੀ ਜ਼ਿੰਦਗੀ ਕਿਸ ਤਰੀਕੇ ਦੇ ਨਾਲ ਜੀ ਰਹੇ ਨੇ, ਕਿ ਸਿੱਖ ਲਾਈਫ ਇਜ਼ ਚੇਂਜਿੰਗ ਇਨ ਮਾਡਰਨ ਵਰਲਡ। ਹਮੇਸ਼ਾ ਅਸੀਂ ਵੇਖਦੇ ਹਾਂ ਕਿ ਜਦ ਕਿਸੇ ਦੀ ਇੱਕ ਅਜਿਹੀ ਕਮਜ਼ੋਰ ਕੜੀ ਨੂੰ ਤੋੜਨਾ ਹੋਏ ਤਾਂ ਉਹ ਕਮਜ਼ੋਰ ਕੜੀ ਪਹਿਲਾਂ ਲੱਭਣੀ ਬੇहद ਜ਼ਰੂਰੀ ਹੈ ਤੇ ਉਹ ਲੱਭਦੇ ਨੇ ਕਿ ਸਿੱਖਾਂ ਦੀ ਕਮਜ਼ੋਰ ਕੜੀ ਕੀ ਹੈ, ਕਿ ਸਿੱਖ ਜੋ ਜੀਵਨ ਜਾਂਚ ਹੈਗੀ ਹੈ ਸਿੱਖੀ ਸਿਧਾਂਤਾਂ ਵਾਲੀ, ਉਸ ਦੇ ਵਿੱਚ ਬਦਲਾਵ ਲਿਆ ਰਹੇ ਨੇ ਤੇ ਉਹ ਮਾਡਰਨ ਵਰਲਡ ਦੇ ਨਾਲ ਸਿੱਖ ਮੂਵ ਹੋ ਰਹੇ ਨੇ। ਮਾਡਰਨ ਵਰਲਡ ਦੇ ਨਾਲ ਜੇਕਰ ਸਿੱਖ ਮੂਵ ਹੋ ਰਹੇ ਨੇ ਤਾਂ ਉੱਥੇ ਕੀ ਕੁਝ ਹੋ ਰਿਹਾ ਹੈ, ਉੱਥੇ ਹੋ ਰਿਹਾ ਹੈ ਕਿ some have become more devotees to their tradition while other interpret that tradition more loosely। ਕਈ ਨੇ ਜੋ ਆਪਣੇ ਪਰੰਪਰਾਵਾਂ ਨੂੰ ਵੱਡੇ ਪੱਧਰ ਦੇ ਉੱਤੇ ਫੋਲੋ ਕਰ ਰਹੇ ਨੇ ਤੇ ਕਈ ਨੇ ਜਿਨ੍ਹਾਂ ਨੇ ਢਿੱਲ ਦਿੱਤੀ ਹੋਈ ਹੈ ਕਿ ਹਾਂ ਕੋਈ ਗੱਲ ਨਹੀਂ, ਸਾਡਾ ਇਹ ਧਰਮ ਹੈ, ਸਾਡੇ ਧਰਮ ਦੀਆਂ ਇਹ ਪਰੰਪਰਾਵਾਂ ਨੇ ਲੇਕਿਨ ਅਸੀਂ ਮਾਡਰਨ ਵਰਲਡ ਦੇ ਨਾਲ ਜੁੜੇ ਰਹਾਂਗੇ। ਤੇ ਸੰਗਤ ਜੀ, ਇਹ ਕਈ ਕੀ ਪੁਆਇੰਟਸ ਨੇ ਜੋ ਇਸ ਰਿਪੋਰਟ ਦੇ ਵਿੱਚ ਪੇਸ਼ ਕੀਤੇ ਗਏ ਨੇ। ਮਕਸਦ ਉਹਨਾਂ ਦਾ ਇਹੀ ਹੈ ਕਿ ਇਹਨਾਂ ਕੀ ਪੁਆਇੰਟਸ ਦੇ ਰਾਹੀਂ ਅਸੀਂ ਅਜਿਹੇ ਲੋਕਾਂ ਨੂੰ ਤਿਆਰ ਕਰ ਸਕੀਏ ਜੋ ਸਿੱਖਾਂ ਤੱਕ ਪਹੁੰਚ ਕੇ ਉਹਨਾਂ ਨੂੰ ਉਹਨਾਂ ਦੇ ਧਰਮ ਤੋਂ ਤੋੜ ਕੇ ਆਪਣੇ ਧਰਮ ਦੇ ਵਿੱਚ ਲਿਆ ਸਕਣ। ਜਿੱਥੇ ਗੱਲ ਹੁੰਦੀ ਹੈ ਕਿ ਸਿੱਖ ਜੇਕਰ ਆਪਣੇ ਜੀਵਨ ਜਾਂਚ ਨੂੰ ਬਦਲ ਰਹੇ ਨੇ, ਸਿੱਖੀ ਸਿਧਾਂਤਾਂ ਵਾਲੇ ਜੀਵਨ ਤੋਂ ਹਟ ਕੇ ਥੋੜਾ ਮਾਡਰਨ ਵਰਲਡ ਵਾਲੇ ਜੀਵਨ ਦੇ ਵਿੱਚ ਆ ਰਹੇ ਨੇ, ਤਾਂ ਸਾਡੇ ਲਈ ਹੋਰ ਸੌਖਾ ਹੋਏਗਾ ਉਹਨਾਂ ਨੂੰ ਉਹਨਾਂ ਦੇ ਧਰਮ ਤੋਂ ਤੋੜਨ ਦੇ ਲਈ। ਧਰਮ ਤੋਂ ਕਿਸੇ ਨੂੰ ਤੋੜਨ ਦੇ ਲਈ ਕਿਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਬੇहद ਜ਼ਰੂਰੀ ਹੈ, ਉਹ ਵੀ ਇਸ ਵੈਬਸਾਈਟ ਦੇ ਉੱਤੇ ਦੱਸਿਆ ਗਿਆ। ਸਿੱਖਾਂ ਨੂੰ ਸਿੱਖਾਂ ਦੇ ਧਰਮ ਤੋਂ ਤੋੜਨ ਦੇ ਲਈ ਇੱਥੇ 10 ਨੁਕਤੇ ਦਿੱਤੇ ਗਏ ਨੇ। ਸਿੱਖ ਇਬਾਦਤ ਕਰਦੇ ਨੇ ਆਪਣੇ 10 ਗੁਰੂਆਂ ਦੀ, ਸਿੱਖ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਆਪਣਾ ਸੀਸ ਨਿਵਾਉਂਦੇ ਨੇ, ਉਹਨਾਂ ਨੂੰ ਆਪਣਾ ਇਸ਼ਟ ਮੰਨਦੇ ਨੇ, ਲੇਕਿਨ ਇੱਥੇ 10 ਨੁਕਤੇ ਦੱਸ ਦਿੱਤੇ ਗਏ ਕਿ ਕਿਵੇਂ ਸਿੱਖਾਂ ਨੂੰ ਤੁਸੀਂ ਤੋੜ ਕੇ ਆਪਣੇ ਨਾਲ ਰਲਾ ਸਕਦੇ ਹੋ। ਅਗਲੀ ਤਸਵੀਰ ਜੋ ਸਾਡੇ ਸਾਹਮਣੇ ਆ ਚੁੱਕੀ ਹੈ, ਇੱਥੇ ਦੱਸਿਆ ਜਾਂਦਾ ਕਿ ਜੀ ਸਿੱਖਾਂ ਦੇ ਨਾਲ ਜਦ ਵੀ ਤੁਸੀਂ ਗੱਲਬਾਤ ਕਰਨੀ ਹੈ, ਸਿੱਖਾਂ ਦੇ ਨਾਲ ਜਦ ਤੁਸੀਂ ਮੁਲਾਕਾਤ ਕਰਨੀ ਹੈ, ਤਦ ਤੁਸੀਂ ਆਪਣੇ ਆਪ ਨੂੰ ਦੱਸ ਦਿਓ ਕਿ ਹਾਂ ਅਸੀਂ ਆਪਣੇ ਜੀਸਸ ਦੇ ਡਿਵੋਟੀਜ਼ ਹਾਂ ਤੇ ਆਪਣੇ ਜੀਸਸ ਨੂੰ ਤੁਸੀਂ ਗੁਰੂ ਦੱਸੋ। ਉਸ ਤੋਂ ਬਾਅਦ ਕਹਿੰਦੇ ਨੇ ਕਿ ਤੁਸੀਂ ਆਪਣੀ ਬਾਈਬਲ ਨੂੰ ਵੀ ਰਿਸਪੈਕਟ ਦਿਓ, ਕਿਉਂਕਿ ਸਿੱਖ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿੰਨਾ ਆਦਰ ਸਤਿਕਾਰ ਦਿੰਦੇ ਨੇ, ਤੁਸੀਂ ਵੀ ਆਪਣੀ ਬਾਈਬਲ ਨੂੰ ਉਸੇ ਤਰੀਕੇ ਦੇ ਨਾਲ ਰਿਸਪੈਕਟ ਦਿਓ। ਕਦੇ ਕੋਈ ਤੁਹਾਡਾ ਯਾਰ ਦੋਸਤ ਤੁਹਾਡੇ ਘਰੇ ਆਏ ਤਾਂ ਅਜਿਹਾ ਨਾ ਹੋਏ ਤੁਹਾਡੀ ਬਾਈਬਲ ਕੁਝ ਚੰਦ ਕਿਤਾਬਾਂ ਦੇ ਥੱਲੇ ਹੋਏ ਤਾਂ ਉਹਦੇ ਮਨ ਦੇ ਵਿੱਚ ਸਵਾਲ ਆਏ। ਉਸ ਤੋਂ ਬਾਅਦ ਗੱਲ ਕਰਦੇ ਨੇ ਕਿ ਸਿੱਖਾਂ ਦੇ ਬਿਲੀਵਸ ਦੇ ਉੱਤੇ ਸਿੱਧਾ ਅਟੈਕ ਨਾ ਕਰੋ, ਉਹਨਾਂ ਦੇ ਮਨ ਦੇ ਵਿੱਚ ਸ਼ੱਕ ਪੈਦਾ ਹੋਣ ਹੀ ਨਾ ਦਿਓ। ਇਸ तमाम ਤਿਆਰੀਆਂ ਨੇ
ਕਿ ਕਿਵੇਂ ਸਿੱਖਾਂ ਨੂੰ ਉਹਨਾਂ ਦੇ ਧਰਮ ਤੋਂ ਤੋੜਨਾ ਹੈ। ਉਸ ਤੋਂ ਬਾਅਦ ਗੱਲ ਕਰਦੇ ਨੇ ਕਿ ਉਹਨਾਂ ਤੋਂ ਸਵਾਲ ਕਰੋ ਉਹਨਾਂ ਦੇ ਧਰਮ ਬਾਬਤ, ਤਾਂ ਕਿ ਇੱਕ ਪੁਆਇੰਟ ਦੇ ਉੱਤੇ ਆ ਕੇ ਤਾਂ ਉਹ ਸਿੱਖ ਆਪ ਚੁੱਪ ਹੋ ਜਾਏਗਾ ਜਿਸ ਸਵਾਲ ਦਾ ਜਵਾਬ ਸਿੱਖ ਦੇ ਕੋਲ ਨਹੀਂ ਹੋਏਗਾ। ਜੇਕਰ ਉਹ ਸਿੱਖ ਉਸ ਸਵਾਲ ਦੇ ਜਵਾਬ ਦੀ ਖੋਜ ਦੇ ਵਿੱਚ ਆਪ ਜਾਏਗਾ, ਉਸ ਦਾ ਜਵਾਬ ਉਸ ਨੂੰ ਨਹੀਂ ਮਿਲੇਗਾ, ਤੇ ਹੋ ਸਕਦਾ ਹੈ ਕਿ ਉਹ ਆਪਣਾ ਧਰਮ ਛੱਡ ਕੇ ਤੁਹਾਡੇ ਨਾਲ ਰਲਣ ਦੇ ਲਈ ਤਿਆਰ ਹੋ ਜਾਏ। ਸਿੱਖਾਂ ਨੂੰ ਸਵਾਲ ਕਰੋ, ਸਿੱਖਾਂ ਦੇ ਮਾਤਾ ਪਿਤਾ ਦਾ ਸਤਿਕਾਰ ਕਰੋ, ਰਿਸਪੈਕਟ ਯੋਰ ਫਰੈਂਡਸ ਪੇਰੈਂਟਸ। ਜੋ ਤੁਹਾਡਾ ਇੱਥੇ ਜੋ ਗੱਲ ਕਹੀ ਜਾ ਰਹੀ ਹੈ, ਮੈਂ ਤੁਹਾਨੂੰ ਆਪ ਸਾਡੇ ਦਰਸ਼ਕ ਜੋ ਸਾਡੇ ਨਾਲ ਹੁਣੇ ਜੁੜੇ ਹੋਣਗੇ, ਮੈਂ तमाम ਚੀਜ਼ਾਂ ਜੋ ਇੱਥੇ ਦੱਸ ਰਹੀਆਂ ਇਸ ਵੈਬਸਾਈਟ ਦੇ ਜੋ ਲੋਕ ਇਹ ਆਰਟੀਕਲ ਪੜ੍ਹਨਗੇ ਉਹ ਆਪਣੇ ਆਪ ਨੂੰ ਤਿਆਰ ਕਰ ਰਹੇ ਨੇ ਕਿ ਅਸੀਂ ਸਿੱਖਾਂ ਨੂੰ ਸਿੱਖਾਂ ਦੇ ਧਰਮ ਤੋਂ ਤੋੜ ਕੇ ਆਪਣੇ ਨਾਲ ਕਿਵੇਂ ਰਲਾਣਾ ਹੈ, ਅਲਟੀਮੇਟ ਗੁਰੂ ਜੀਸਸ ਦੇ ਨਾਲ ਕਿਵੇਂ ਮਨਾਉਣਾ ਹੈ। ਇਹ ਗੱਲ ਅਸੀਂ ਨਹੀਂ ਕਹਿ ਰਹੇ, ਇਹ ਗੱਲ ਆਪ ਇਹ ਲਿਖ ਰਹੇ ਨੇ ਗੁਰੂ ਜੀਸਸ। ਆਪਣੇ ਜੀਸਸ ਨੂੰ ਵੀ ਤੁਸੀਂ ਅਲਟੀਮੇਟ ਗੁਰੂ ਬਣਾ ਕੇ ਆਪਣੇ ਯਾਰਾਂ ਦੋਸਤਾਂ ਤੱਕ, ਜੋ ਤੁਹਾਡੇ ਯਾਰ ਦੋਸਤ ਹੈਗੇ ਨੇ ਸਿੱਖ, ਉਹਨਾਂ ਤੱਕ ਪਹੁੰਚਾਓ। ਇਹ तमाम ਚੀਜ਼ਾਂ ਉੱਥੇ ਲਿਖੀਆਂ ਜਾਂਦੀਆਂ ਨੇ। ਅਗਲੀ ਤਸਵੀਰ ਵੱਲ ਅਸੀਂ ਵੱਧਦੇ ਹਾਂ, ਜਿੱਥੇ ਇਹ ਵੀ ਗੱਲ ਕਹਿ ਦਿੱਤੀ ਗਈ ਹੈ ਕਿ ਆਪਣੇ ਕਿਸੇ ਵੀ ਸਿੱਖ ਯਾਰ ਦੋਸਤ ਦੇ ਨਾਲ ਬਹਿ ਕੇ ਤੁਸੀਂ ਸ਼ਰਾਬ ਨਾ ਪੀਓ, ਮਾਸ ਮੱਛੀ ਨਾ ਖਾਓ, ਕਿਉਂਕਿ ਉਹਨਾਂ ਨੂੰ ਇਹ ਗੱਲ ਪਸੰਦ ਨਹੀਂ ਹੈਗੀ। ਤੇ ਸੰਗਤ ਜੀ, ਜਦ ਅਸੀਂ तमाम ਚੀਜ਼ਾਂ ਦੇ ਵੱਲ ਨਜ਼ਰ ਪਾਉਂਦੇ ਹਾਂ ਤੇ ਸਾਨੂੰ ਪਤਾ ਚੱਲਦਾ ਹੈ ਕਿ ਇਹ ਜੋ ਚੀਜ਼ਾਂ ਲਿਖੀਆਂ ਜਾਂਦੀਆਂ ਨੇ, ਜੋ ਘੜੀਆਂ ਜਾ ਰਹੀਆਂ ਨੇ, ਉਸ ਦੇ ਪਿੱਛੇ ਇੱਕ ਲੰਬੀ ਸਾਜ਼ਿਸ਼ ਹੈ। ਤੇ ਹੁਣ ਇਹ ਸਾਜ਼ਿਸ਼ ਕਿਸ ਦੇ ਵੱਲੋਂ ਰਚੀ ਜਾ ਰਹੀ ਹੈ? ਇੱਕ ਪਾਸੇ ਅਸੀਂ ਤੁਹਾਡੇ ਸਾਹਮਣੇ ਲੁਜ਼ਾਨ ਮੂਵਮੈਂਟ ਦੀ ਗੱਲ ਅਸੀਂ ਕੀਤੀ, ਤੁਹਾਡੇ ਸਾਹਮਣੇ ਅਸੀਂ ਜੋਏ ਟੇਰਾ ਦਾ ਆਰਟੀਕਲ ਤੁਹਾਨੂੰ ਦੱਸਿਆ, ਤੇ ਹੁਣ ਇਹ ਆਰਟੀਕਲ ਵੀ ਕਿਸ ਦੇ ਵੱਲੋਂ ਲਿਖਿਆ ਗਿਆ? ਇਸ ਆਰਟੀਕਲ ਨੂੰ ਲਿਖਿਆ ਜਾਂਦਾ ਹੈ ਮਾਰਕ ਪਿਕਟ ਦੇ ਵੱਲੋਂ। ਮਾਰਕ ਪਿਕਟ ਕੌਣ ਹੈ? ਹੁਣ ਇਹ ਮਾਰਕ ਪਿਕਟ ਇੱਕ ਰਿਸਰਚਰ ਹੈ ਜੋ ਨੇਪਾਲ ਦੇ ਵਿੱਚ ਰਹਿੰਦਾ ਹੈ, ਕਈ ਇੰਸਟੀਟਿਊਸ਼ਨਸ ਦੇ ਨਾਲ ਜੁੜਿਆ ਹੋਇਆ ਹੈ, ਡਿਵੋਟੀ ਹੈਗਾ ਜੀਸਸ ਦਾ, ਤੇ ਉਹ ਆਪਣੇ ਵੱਲੋਂ ਇਸ ਆਰਟੀਕਲ ਨੂੰ ਲਿਖ ਕੇ ਅਜਿਹੇ ਆਰਟੀਕਲ ਦਾ ਪ੍ਰਚਾਰ ਕਰਦਾ ਹੈ। ਸਿਰਫ ਸਿੱਖਾਂ ਦੇ ਬਾਰੇ ਇਹੀ ਆਰਟੀਕਲ ਨਹੀਂ ਲਿਖਿਆ ਗਿਆ, ਇਸੇ ਸ਼ਖਸ ਦੇ ਵੱਲੋਂ ਹੋਰ ਆਰਟੀਕਲਸ ਵੀ ਲਿਖੇ ਗਏ ਨੇ। ਇਹ ਆਥਰ ਆਪਣੇ ਆਪ ਨੂੰ ਦੱਸਦਾ ਹੈ ਇਸ ਦੇ ਵੱਲੋਂ ਲਿਖੇ ਗਏ ਆਰਟੀਕਲਸ ਦੇ ਵਿੱਚ ਪਗਾਨ ਦੇ ਆਪਣੇ ਲੋਕਾਂ ਨੂੰ ਤੁਸੀਂ ਕਿਵੇਂ ਮੂਵ ਕਰਨਾ ਹੈ, ਮੋਬਿਲਾਈਜ਼ ਕਰਨਾ, ਉਹ ਵੀ ਲਿਖਿਆ ਹੋਇਆ ਹੈ। ਇਸ ਦੇ ਵਿੱਚ ਬੁੱਧਿਸਟ ਫਰੈਂਡ ਨੂੰ, ਬੁੱਧ ਲੋਕਾਂ ਨੂੰ ਕਿਵੇਂ ਤੁਸੀਂ ਆਪਣੇ ਧਰਮ ਦੇ ਵਿੱਚ ਲੈ ਕੇ ਆਉਣਾ, ਉਸ ਦੀ ਜਾਣਕਾਰੀ ਦਿੱਤੀ ਗਈ ਹੈ। ਹਿੰਦੂ ਭੈਣ ਭਰਾਵਾਂ ਨੂੰ ਕਿਵੇਂ ਉਹਨਾਂ ਦੇ ਧਰਮ ਤੋਂ ਤੋੜ ਕੇ ਆਪਣੇ ਧਰਮ ਦੇ ਵਿੱਚ ਲੈ ਕੇ ਆਉਣਾ ਹੈ। ਇਹ तमाम ਚੀਜ਼ਾਂ ਇਹ ਮਾਰਕ ਪਿਕਟ ਦੇ ਵੱਲੋਂ ਆਪਣੇ ਆਰਟੀਕਲਸ ਦੇ ਵਿੱਚ ਲਿਖ ਕੇ ਆਨਲਾਈਨ ਛਾਪੀਆਂ ਜਾ ਰਹੀਆਂ ਨੇ ਇਸੇ ਲੁਜ਼ਾਨ ਮੂਵਮੈਂਟ ਦੇ ਤਹਿਤ। ਮਾਰਕ ਪਿਕਟ ਦੀ ਤੁਹਾਨੂੰ ਤਸਵੀਰ ਵੀ ਅਸੀਂ ਤੁਹਾਨੂੰ ਇੱਕ ਵਾਰ ਦਿਖਾ ਦਿੰਦੇ ਹਾਂ, ਜੋ ਅਸੀਂ ਉਸਦੇ ਇੰਸਟਾਗ੍ਰਾਮ ਹੈਂਡਲ ਤੋਂ ਲਿੱਤੀ ਹੋਈ ਹੈ, ਟਵਿੱਟਰ ਤੋਂ ਇਹ ਅਸੀਂ ਲਿਖੀ ਹੈ। ਉਹ ਆਪਣੇ ਵੱਲੋਂ ਕਈ ਬਲੌਗਸ ਵੀ ਲਿਖਦਾ ਹੈ, ਆਪਣੇ ਬਲੌਗਸ ਦੇ ਵਿੱਚ ਉਹ ਆਪਣੇ ਇਹਨਾਂ ਸਾਰੇ ਹੀ ਵਿਊਜ਼ ਨੂੰ ਐਕਸਪ੍ਰੈਸ ਕਰਦਾ ਹੈ। ਆਪਣੇ ਲਿਖੇ ਹੋਏ ਜਾਣਕਾਰੀ ਦੇ ਵਿੱਚ ਡਿਵੋਟੀ ਆਫ ਜੀਸਸ ਇੱਥੇ ਉਹ ਆਪਣੇ ਆਪ ਨੂੰ ਲਿਖ ਕੇ ਦੱਸਦਾ ਪਿਆ ਹੈ। तमाम ਇਹ ਚੀਜ਼ਾਂ ਅਕਾਲ ਚੈਨਲ ਦੇ ਦਰਸ਼ਕਾਂ ਦੇ ਲਈ ਅਸੀਂ ਇਸ ਕਰਕੇ ਲੈ ਕੇ ਆਏ ਹਾਂ ਕਿਉਂਕਿ ਇਹ ਸਭ ਕੁਝ ਲੰਡਨ ਦੀ ਧਰਤੀ ਦੇ ਉੱਤੇ ਵੀ ਦੁਹਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀਗੀਆਂ। ਅਗਲੀ ਤਸਵੀਰ ਦੇ ਵਿੱਚ ਤੁਹਾਨੂੰ ਹੁਣ ਸਮਝ ਆ ਹੀ ਜਾਏਗਾ ਕਿ ਜੋ ਅਸੀਂ ਸ਼ੁਰੂਆਤ ਕੀਤੀ ਸੀ ਆਪਣੇ ਪ੍ਰੋਗਰਾਮ ਦੀ ਕਿ ਇੱਕ ਕਾਉਂਸਲਰ ਜਸ ਅਟਵਾਲ ਦੇ ਵੱਲੋਂ ਜੋ ਚਿੱਠੀ ਲਿਖੀ ਜਾਂਦੀ ਹੈ, ਉਹ ਚਿੱਠੀ ਇਸੇ ਇਵੈਂਟ ਦੀ ਮੁਖਾਲਫਤ ਕਰਦਿਆਂ ਹੋਇਆਂ ਲਿਖੀ ਜਾਂਦੀ ਹੈ। ਤੇ ਜਸ ਅਟਵਾਲ ਆਪਣੀ ਇਸ ਚਿੱਠੀ ਦੇ ਵਿੱਚ ਲਿਖ ਕੇ ਕਹਿੰਦੇ ਨੇ ਕਿ ਹਾਂ, ਸਿੱਖਾਂ ਨੂੰ ਸਿੱਖਾਂ ਦੇ ਧਰਮ ਦੇ ਵਿੱਚ ਭਰੋਸਾ ਹੈ। ਸਿੱਖ ਚੰਗੇ ਤਰੀਕੇ ਦੇ ਨਾਲ ਜਾਣਦੇ ਨੇ ਕਿ ਉਹ ਆਪਣੇ ਗੁਰੂ ਦੀ ਇਬਾਦਤ ਕਿਸ ਤਰੀਕੇ ਦੇ ਨਾਲ ਕਰਨ। ਮੈਂ ਸਿਰਫ ਇੱਕ ਲਾਈਨ ਪੜ੍ਹ ਕੇ ਇਸ ਚਿੱਠੀ ਦੀ ਤੁਹਾਨੂੰ ਦੱਸਣਾ ਚਾਹਾਂਗਾ। ਇਵੈਂਟਸ ਦੈਟ ਟਾਰਗੇਟ ਸਪੈਸੀਫਿਕ ਰਿਲੀਜੀਅਸ ਕਮਿਊਨਿਟੀ ਵਿਦ ਦ intention of converting them to the another faith not only disregards this fundamental principle but also undermines the spirit of mutual understanding and cooperation that has been carefully nurtured in the Red Bridge। ਆਪਣੇ ਵੱਲੋਂ ਕੌਂਸਲਰ ਅਟਵਾਲ ਨੇ ਜੋ ਜ਼ਿੰਮੇਵਾਰੀ ਸਮਝੀ, ਜਿਸ ਇਵੈਂਟ ਪ੍ਰਤੀ ਆਪਣਾ ਰੋਸ ਜ਼ਾਹਿਰ ਕੀਤਾ, 15 ਤਰੀਕ ਦਾ ਇਹ ਇਵੈਂਟ ਹੁਣ ਪਤਾ ਲੱਗ ਰਿਹਾ ਕਿ ਕੈਂਸਲ ਕਰ ਦਿੱਤਾ ਗਿਆ ਹੈ। ਇਹ ਇਵੈਂਟ ਹੁਣ ਨਹੀਂ ਹੋਣ ਦਿੱਤਾ ਜਾ ਰਿਹਾ। ਇੱਕ ਕਰੰਚ ਦੇ ਵਿੱਚ ਅਸੀਂ ਇਹੀ ਗੱਲ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਵੱਡੇ ਪੱਧਰ ਦੇ ਉੱਤੇ ਪੰਜਾਬ ਦੀ ਧਰਤੀ ਤੋਂ ਬਾਹਰ ਵਿਦੇਸ਼ੀ ਮੁਲਕਾਂ ਦੇ ਵਿੱਚ ਸਿੱਖਾਂ ਨੂੰ ਉਹਨਾਂ ਦੇ ਧਰਮ ਤੋਂ ਤੋੜ ਕੇ ਆਪਣੇ ਧਰਮ ਦੇ ਨਾਲ ਜੋੜਨ ਦੀਆਂ ਤਿਆਰੀਆਂ ਵੱਡੇ ਪੱਧਰ ਦੇ ਉੱਤੇ ਪਿਛਲੇ ਕਈ ਸਾਲਾਂ ਤੋਂ ਚੱਲ ਰਹੀਆਂ ਨੇ। ਇਹਨਾਂ ਤਿਆਰੀਆਂ ਦੇ ਵਿੱਚ ਲੁਜ਼ਾਨ ਮੂਵਮੈਂਟ ਨਾਮ ਦਾ ਇੱਕ ਵੈਬਸਾਈਟ ਜੋ ਵੱਡੇ ਪੱਧਰ ਦੇ ਉੱਤੇ ਆਪਣੇ ਵੱਲੋਂ ਕੋਸ਼ਿਸ਼ ਇਹੀ ਕਰ ਰਿਹਾ ਹੈ ਕਿ ਈਸਾਈ ਧਰਮ ਦੇ ਪੱਕੇ ਹੋਣ ਅਜਿਹੇ ਲੋਕਾਂ ਦੀ ਪਹਿਲਾਂ ਗਿਣਤੀ ਵਧਾਉਂਦਾ ਹੈ, ਫਿਰ ਉਹਨਾਂ ਲੋਕਾਂ ਦੇ ਵਿੱਚੋਂ ਬੰਦੇ ਚੁਣਦਾ ਹੈ ਜਿਨ੍ਹਾਂ ਨੂੰ ਤਿਆਰ ਕਰਵਾਇਆ ਜਾ ਰਿਹਾ ਹੈ ਕਿ ਉਹ ਸਿੱਖਾਂ ਨੂੰ ਉਹਨਾਂ ਦੇ ਧਰਮ ਤੋਂ ਤੋੜ ਕੇ ਆਪਣੇ ਈਸਾਈ ਧਰਮ ਦੇ ਵਿੱਚ ਕਿਸ ਤਰੀਕੇ ਦੇ ਨਾਲ ਲੈ ਕੇ ਆਉਣ। ਇਸੇ ਚੀਜ਼ ਦੀ ਮੁਖਾਲਫਤ ਹੁਣ ਲੰਡਨ ਦੀ ਧਰਤੀ ਦੇ ਉੱਤੇ ਕੀਤੀ ਗਈ ਹੈ।
ਕੌਂਸਲਰ ਜਸ ਅਟਵਾਲ ਦੀ ਚਿੱਠੀ ਦੇ ਵਿੱਚ तमाम ਚੀਜ਼ਾਂ ਲਿਖੀਆਂ ਗਈਆਂ ਨੇ। ਇਸ ਚਿੱਠੀ ਤੋਂ ਬਾਅਦ ਅਤੇ ਕਈ ਹੋਰ ਸਿੱਖ ਜਥੇਬੰਦੀਆਂ ਦੇ ਰੋਸੇ ਤੋਂ ਬਾਅਦ, ਇਤਰਾਜ਼ ਤੋਂ ਬਾਅਦ 15 ਤਰੀਕ ਦਾ ਇਹ ਇਵੈਂਟ ਇਸ ਵੇਲੇ ਹੁਣ ਕੈਂਸਲ ਕਰ ਦਿੱਤਾ ਗਿਆ ਹੈ। ਇਸ ਇਵੈਂਟ ਦੇ ਵਿੱਚ ਤਿਆਰੀ ਸੀਗੀ ਕਿ ਅਸੀਂ ਸਿੱਖਾਂ ਨੂੰ ਇਕੱਠੇ ਕਰਕੇ ਉਹਨਾਂ ਦੇ ਨਾਲ ਗੱਲਬਾਤ ਕਰੀਏ। ਉਹਨਾਂ ਇਸੇ ਇਵੈਂਟ ਦੇ ਵਿੱਚ ਤਿਆਰੀ ਸੀਗੀ ਕਿ 10 ਨੁਕਤੇ ਜੋ ਲਿਖੇ ਗਏ ਨੇ ਇਸੇ ਵੈਬਸਾਈਟ ਦੇ ਵਿੱਚ, ਉਸ ਨੁਕਤਿਆਂ ਦੇ ਨਾਲ ਸਿੱਖਾਂ ਤੱਕ ਆਪਣੀ ਪਹੁੰਚ ਵਧਾਈਏ, ਸਿੱਖਾਂ ਨੂੰ ਸਭ ਤੋਂ ਪਹਿਲਾਂ ਆਪਣੇ ਭਰਾ ਬਣਾਈਏ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਗੁਰੂ ਨੂੰ ਤਿਆਗਣ ਦੇ ਲਈ ਕਹੀਏ ਤੇ ਅਲਟੀਮੇਟ ਗੁਰੂ ਦੇ ਵੱਲ ਉਹਨਾਂ ਦੇ ਕਦਮ ਤੋਰੀਏ। ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਸੰਬੰਧੀ ਕਈ ਹੋਰ ਅਪਡੇਟਸ ਜੇਕਰ ਆਉਂਦੀਆਂ ਨੇ ਸਾਹਮਣੇ ਤਾਂ ਅਸੀਂ ਆਪਣੇ ਦਰਸ਼ਕਾਂ ਦੇ ਲਈ ਜ਼ਰੂਰ ਲੈ ਕੇ ਆਈਏ। ਮੈਨੂੰ ਦਿਓ ਇਜਾਜ਼ਤ, ਧੰਨਵਾਦ।